ਹਾਲੇ ਸਾਡਾ ਜਿਹੜਾ ਮਾਮਲਾ ਹੈ ਜੀ। ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਿਆ ਹੈ ਹੂੰ ਔਰ ਦੁੱਖ ਦੀ ਗੱਲ ਇਹ ਹੈ ਕਿ ਇਹ ਮਾਮਲਾ 2017 ਤੋਂ ਲਟਕ ਰਿਹਾ ਔਰ 5 ਸਾਲ ਹੋ ਗਏ ਨੇ। ਜੀ। ਹਾਲੇ ਤੱਕ ਐਸਜੀਪੀਸੀ ਨੇ ਕੋਰਟ ਦੇ ਵਿੱਚ ਜਵਾਬ ਹੀ ਨਹੀਂ ਦਿੱਤਾ ਹੂੰ ਔਰ ਅਦਾਲਤ ਦੇ ਵਿੱਚ ਐਸਜੀਪੀਸੀ ਬਾਰ-ਬਾਰ ਸਮਾਂ ਹੀ ਮੰਗੀ ਜਾ ਰਹੀ ਹੈ। ਜੀ। ਮੈਂ ਥੋੜੇ ਜਿਹੇ ਤੱਥ ਨਾਲ ਲੈ ਕੇ ਆਇਆ ਹਾਈ ਕੋਰਟ ਦੇ ਵੀ, ਇਹਦੇ ਬਾਰੇ ਵੀ ਜ਼ਿਕਰ ਕਰ ਦਿੰਨਾ 2 ਮਿੰਟ ਦੇ ਵਿੱਚ ਕਿ ਇਹਦੇ 'ਚ ਅਸੀਂ ਦੇਖਿਆ ਕਿ 22/9/2017 ਦੇ ਵਿੱਚ ਐਸਜੀਪੀਸੀ ਨੇ ਪਹਿਲਾ ਜਵਾਬ ਦਿੱਤਾ ਸੀਗਾ ਸਾਡੇ ਕੇਸ ਦੇ ਵਿੱਚ, ਲੇਕਿਨ ਉਸ ਤੋਂ ਬਾਅਦ ਜਦੋਂ ਅਸੀਂ ਰਿਪਲਾਈ ਦਿੱਤਾ ਤਾਂ ਇਹਨਾਂ ਨੇ ਕਦੇ ਵੀ ਉਹਦਾ ਜਵਾਬ ਨਹੀਂ ਦੇ ਸਕੇ ਔਰ ਹਰ ਵਾਰੀ ਤਰੀਕ ਤੇ ਤਰੀਕ ਲਗਭਗ 25 ਤਰੀਕਾਂ ਪੈ ਗਈਆਂ ਨੇ ਪਿਛਲੇ 4-5 ਸਾਲਾਂ ਦੇ ਵਿੱਚ ਔਰ ਐਸਜੀਪੀਸੀ ਨੇ ਹਮੇਸ਼ਾ ਸਮਾਂ ਹੀ ਮੰਗਿਆ ਕਿ ਅਸੀਂ ਇਹਦਾ ਜਵਾਬ ਦੇਣਾ, ਸਾਨੂੰ ਸ਼ਾਰਟ ਸਮਾਂ ਦਿੱਤਾ ਜਾਵੇ। ਹੁਣ ਇੱਕ ਜਿਹੜੀ ਇੰਟਰਸਟਿੰਗ ਗੱਲ ਇਹਦੇ ਵਿੱਚ ਹੋਈ ਹੈ ਉਹ ਹੈ ਕਿ 30/3/2022 ਪਿਛਲੇ ਸਾਲ ਮਾਰਚ ਦੇ ਵਿੱਚ ਇਹਨਾਂ ਨੇ ਜਵਾਬ ਦਾਵਾ ਵੈਟ ਵੀ ਕਰਾ ਲਿਆ ਆਪਣੇ ਵਕੀਲਾਂ ਕੋਲੋਂ, ਪਰ ਕੋਰਟ ਦੇ ਵਿੱਚ ਸਾਡੇ ਵਕੀਲ ਸਾਹਿਬ ਨੂੰ ਜਿਹੜਾ ਦਿੱਤਾ ਉਹ ਉਹਨਾਂ ਨੇ 1 ਸਾਲ ਬਾਅਦ ਦਿੱਤਾ, ਜਿਹਦੀ ਰਿਸੀਵਿੰਗ ਸਾਡੇ ਕੋਲ ਆ। ਕਹਿਣ ਤੋਂ ਭਾਵ ਇਹ ਜਿਹੜਾ ਡਿਲੇ ਟੈਕਟਿਸ ਇਸ ਕੇਸ ਨੂੰ ਲਮਕਾਉਣ ਦੀ ਜਿਹੜੀ ਵਿਧੀ ਸੀਗੀ ਉਹਦੇ ਚ ਐਸਜੀਪੀਸੀ ਬਹੁਤ ਵੱਡਾ ਰੋਲ ਪਲੇ ਕਰਦੀ ਆਈ ਹੈ, ਜਿਹੜੀ ਕਿ ਮੰਦਭਾਗੀ ਗੱਲ ਹੈ। ਅਗਲੀ ਗੱਲ ਮੈਂ ਕਹਿਣੀ ਚਾਹੁੰਦਾ ਤੁਸੀਂ ਵੈਲਕਮ ਕਰ ਰਹੇ ਹੋ ਇਲੈਕਸ਼ਨ ਦਾ? ਮੈਂ ਇਲੈਕਸ਼ਨ ਦਾ ਵੈਲਕਮ ਜ਼ਰੂਰ ਕਰਦਾ, ਪਰ ਮੈਂ ਬੇਨਤੀ ਕਰਦਾ, ਸੋਹੀ ਸਾਹਿਬ ਬੈਠੇ ਨੇ, ਕਿ ਬੀਜੇਪੀ ਨੂੰ ਵੀ ਬੇਨਤੀ ਕਰਦਾ ਕਿ ਸਾਨੂੰ ਇਹ ਜ਼ਰੂਰ ਫੈਸਲਾ ਕਰਨਾ ਚਾਹੀਦਾ ਕਿ ਵੋਟਰ ਜਿਹੜੇ ਨੇ ਉਹ ਸਾਰੇ ਸਿੱਖ ਵੋਟ ਪਾਉਣ। ਔਰ ਸਿੱਖ ਕੌਣ ਨੇ ਉਹਦੇ ਚ? ਤੁਸੀਂ ਜਿਹੜੇ ਸਿੱਖ ਪਰਿਵਾਰਾਂ ਚ ਪੈਦਾ ਹੋਏ ਨੇ 80% ਉਹ ਸਿੱਖ ਵੀ ਨੇ ਜਿਹੜੇ ਹੈਗੇ ਸਿੱਖ ਪਰਿਵਾਰਾਂ ਚ ਪੈਦਾ ਹੋਏ, ਉਹਨਾਂ ਦਾ ਕੋਈ ਹੋਰ ਧਰਮ ਵੀ ਨਹੀਂ ਹੈ ਨੀਗਾ, ਪਰ ਉਹਨਾਂ ਨੂੰ ਤੁਸੀਂ ਸਹਿਜਧਾਰੀ ਕਹਿ ਕੇ, ਗੈਰ ਪੰਥਕ ਕਹਿ ਕੇ ਇਸ ਵੋਟਰ ਲਿਸਟ ਚੋਂ ਕੱਢ ਰਹੇ ਹੋ, ਇਸ ਚੋਣ ਦੰਗਲ ਦੇ ਵਿੱਚੋਂ ਬਾਹਰ ਕਰ ਰਹੇ ਹੋ। ਮੈਂ ਭਰਮ ਦੂਰ ਕਰਨਾ ਚਾਹੁੰਦਾ ਕਿ ਐਸਜੀਪੀਸੀ ਦੇ ਵਿੱਚ ਜਿਹੜਾ ਮੈਂਬਰ ਹੈ ਉਹ ਸਿਰਫ ਅੰਮ੍ਰਿਤਧਾਰੀ ਸਿੰਘ ਹੀ ਬਣ ਸਕਦਾ। ਅਸੀਂ ਤਾਂ ਸਿਰਫ ਵੋਟ ਦਾ ਹੱਕ ਮੰਗਦੇ ਹਾਂ। ਸਰਦਾਰ ਗੁਰਚਰਨ ਸਿੰਘ ਟੌੜਾ ਜੀ 22 ਸਾਲ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ, ਉਦੋਂ ਵੀ ਐਸਜੀਪੀਸੀ ਦੀ ਵੋਟਾਂ ਦੇ ਵਿੱਚ ਸਹਿਜਧਾਰੀ ਸਿੱਖ ਵੋਟ ਪਾਉਂਦੇ ਰਹੇ, ਪਰ ਪਿਛਲੇ ਸਮੇਂ ਦੇ ਵਿੱਚ 20 ਸਾਲਾਂ ਦੇ ਵਿੱਚ ਜਿਹੜਾ ਸਹਿਜਧਾਰੀ ਸਿੱਖਾਂ ਨੂੰ ਬਾਹਰ ਕੱਢਿਆ ਗਿਆ ਉਹਦੇ ਨਾਲ ਖੜੋਤ ਆਈ ਹੈ ਐਸਜੀਪੀਸੀ ਚ, ਪਰਿਵਾਰਵਾਦ ਭਾਰੂ ਹੋਇਆ ਔਰ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ। ਹੁਣ ਮੈਂ ਬੇਨਤੀ ਇਹੀ ਕਰੂੰਗਾ ਕਿ ਤੁਸੀਂ ਕਹਿ ਰਹੇ ਹੋ ਕਿ ਉਸ ਉੱਤੇ ਵਿਚਾਰ ਦੁਬਾਰਾ ਕੀਤਾ ਜਾਵੇ। ਮੈਂ ਤੁਹਾਡੇ ਕੋਲ ਆਉਣਾ, ਤੁਸੀਂ ਇੱਕ ਵਾਰੀ ਆਪਣਾ ਕਹਿਣਾ ਚਾਹੁੰਦਾ ਕਿ ਤੇ ਮੁੜ ਵਿਚਾਰ ਹੋਵੇ ਔਰ ਹਰ ਇੱਕ ਸਿੱਖ ਨੂੰ ਜਿਹੜਾ ਸੈਂਸਸ ਰਿਪੋਰਟ ਦੇ ਵਿੱਚ ਆਪਣੇ ਆਪ ਨੂੰ ਸਿੱਖ ਲਿਖਦਾ ਹੈ, ਮਰਦਮਸ਼ੁਮਾਰੀ ਜਿਹਨੂੰ ਸਿੱਖ ਲਿਖਦੇ ਹੋ, ਉਹਨੂੰ ਵੋਟ ਦਾ ਅਧਿਕਾਰ ਹੋਣਾ ਚਾਹੀਦਾ। ਦੇਖੋ, ਮੈਂ ਵੀ ਫੀਲ ਕਰ ਰਿਹਾ ਕਿ ਗੱਲ ਘੁੰਮ ਫਿਰ ਕੇ ਉਸ ਪੁਆਇੰਟ ਦੇ ਉੱਤੇ ਹੀ ਖੜੀ ਹੈ ਜਿੱਥੇ 2011 ਦੇ ਵਿੱਚ ਅਦਾਲਤ 'ਚ ਗਈ ਸੀ। ਜੇ ਤੁਸੀਂ ਰਾਣੂ ਸਾਹਿਬ ਜੋ ਜ਼ਿਕਰ ਕਰ ਰਹੇ ਹੋ, ਠੀਕ ਹੈ, ਆਪਾਂ ਚਰਚਾ ਦੇ ਵਿੱਚ ਇਸ ਨੂੰ ਵਿਚਾਰਾਂਗੇ ਅੱਗੇ। ਇਹ ਹੁਣ ਵੀ ਅਦਾਲਤ 'ਚ ਚਲੀ ਜਾਣੀ ਹੈ। ਠੀਕ ਹੈ, ਮੈਂ ਇੱਕ ਵਾਰੀ ਸੋਹੀ ਸਾਹਿਬ ਦਾ ਰੁਖ ਕਰ ਲਵਾਂ, ਤੁਹਾਡੇ ਕੋਲ ਮੈਂ ਵਾਪਸ ਆਉਣਾ। ਸੋਹੀ ਸਾਹਿਬ, 2 ਸਵਾਲ ਨੇ। ਇੱਕ ਤਾਂ ਰਾਣੂ ਸਾਹਿਬ ਨੇ ਜ਼ਿਕਰ ਕਰ ਦਿੱਤਾ, ਤੁਹਾਡਾ ਫਸਟ ਰਿਐਕਸ਼ਨ ਚਾਹੀਦਾ ਹੈ, ਤੇ ਦੂਜਾ ਸਿੱਖ ਸੰਗਤ ਜਾਣਨਾ ਚਾਹੁੰਦੀ ਹੋਏਗੀ ਕਿ ਇਲੈਕਸ਼ਨ ਕਦੋਂ? ਦੇਖੋ ਗੌਰਵ ਜੀ, ਪਹਿਲੀ ਗੱਲ ਤੇ ਜਿਹੜਾ ਸਿੱਖ ਗੁਰਦੁਆਰਾ ਕਮਿਸ਼ਨ ਨੇ ਆ ਫੈਸਲਾ ਕੀਤਾ ਹੈ ਜਾਂ ਜਿਹੜੇ ਅਧਿਕਾਰੀਆਂ ਨੂੰ ਨਿਰਦੇਸ਼ ਕੀਤੇ ਨੇ ਕਿ ਜਿਹੜੀਆਂ ਵੋਟਰ ਲਿਸਟਾਂ ਨੇ ਉਹ ਟਾਈਮ ਸਿਰ ਬਣਾਈਆਂ ਜਾਣ ਤਾਂ ਕਿ ਇਹ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਸਕੇ। ਜੇ 12 ਸਾਲਾਂ ਬਾਅਦ ਸਾਡੇ ਗੁਰੂ ਧਾਮਾਂ ਦੀ ਸੇਵਾ ਸੰਭਾਲ ਦਾ ਵਾਸਤੇ ਜਿਹੜੀ ਕਮੇਟੀ ਚੁਣੀ ਜਾਣੀ ਹੈ ਉਹਦੇ ਵਾਸਤੇ ਵੋਟਾਂ ਪੈਣੀਆਂ, ਤੇ ਮੈਨੂੰ ਲੱਗਦਾ ਸਾਰੇ ਸਿੱਖ ਜਗਤ ਦੇ ਵਿੱਚ ਇਹਦਾ ਉਤਸ਼ਾਹ ਹੋਏਗਾ। ਤੇ ਜਿੰਨੇ ਵੀ ਤਕਰੀਬਨ 60 ਲੱਖ ਦੇ ਆਸ-ਪਾਸ ਵੋਟਰ ਹੈਗੇ ਨੇ, ਤੇ 60 ਲੱਖ ਦੇ ਆਸ-ਪਾਸ ਵੋਟਰ ਆਪਣੇ ਨੁਮਾਇੰਦੇ ਚੁਣ ਕੇ ਤੇ ਗੁਰੂ ਘਰਾਂ ਦੀ ਸਾਂਭ ਸੰਭਾਲਣ ਵਾਸਤੇ ਨੁਮਾਇੰਦੇ ਚੁਣਦੇ ਨੇ। ਕਿਉਂਕਿ ਮੈਂ ਖੁਦ ਇੱਕ ਉਸ ਪਰਿਵਾਰ ਚੋਂ ਆਉਣਾ ਕਿ ਜਿੱਥੇ ਅਸੀਂ ਸ਼੍ਰੋਮਣੀ ਕਮੇਟੀ ਦਾ ਹਿੱਸਾ ਰਹੇ ਹਾਂ ਤੇ ਗੁਰੂ ਧਾਮਾਂ ਦੀ ਸੇਵਾ ਕੀਤੀ ਹੈ। ਮੈਨੂੰ ਲੱਗਦਾ ਵਧੀਆ ਮੌਕਾ ਹੈਗਾ, ਜਿਹੜੇ ਜਿੰਨੇ ਵੀ ਗੁਰੂ ਧਾਮਾਂ ਦੀ ਸੇਵਾ ਕਰਨ ਵਾਸਤੇ ਸੱਜਣ ਇੱਛੁਕ ਨੇ ਤੇ ਜਿਨ੍ਹਾਂ ਨੇ ਸਿੱਖ ਮਰਿਆਦਾ ਦੇ ਮੁਤਾਬਿਕ ਆਪਣੀ ਜ਼ਿੰਦਗੀ ਜੀਤੀ ਹੈ ਤੇ ਜੀਣਾ ਚਾਹੁੰਦੇ ਨੇ। ਚੁਣੌਤੀਆਂ ਬੜੀਆਂ ਗੌਰਵ ਜੀ, ਚੁਣੌਤੀਆਂ ਪਿਛਲੇ ਟਾਈਮਾਂ 'ਚ ਬੜੀਆਂ ਰਹੀਆਂ, ਜਿਵੇਂ ਕਿ 328 ਸਰੂਪਾਂ ਦਾ ਮਾਮਲਾ ਜਿਹੜਾ ਹੈਗਾ ਉਹ ਬੜਾ ਚਿਰ ਚਰਚਾ 'ਚ ਰਿਹਾ, ਬੇਅਦਬੀਆਂ ਦਾ ਮਾਮਲਾ ਬੜਾ ਚਿਰ ਚਰਚਾ 'ਚ ਰਿਹਾ, ਇਹ ਵੀ ਚਰਚਾ 'ਚ ਰਿਹਾ ਕਿ ਕੀ ਸਾਡੇ ਗੁਰੂ ਧਾਮਾਂ ਦੀ ਸਿੱਖ ਜਿਹੜੀ ਸਹਿ ਸੰਭਾਲ ਹੈਗੀ ਹੈ ਉਹ ਸਹੀ ਤਰੀਕੇ ਨਾਲ ਹੋਈ ਹੈ ਤੇ ਸਹੀ ਤਰੀਕੇ ਨਾਲ ਉਹਨਾਂ ਨੂੰ ਚਲਾਇਆ ਗਿਆ ਹੈਗਾ। ਤੇ ਮੈਨੂੰ ਲੱਗਦਾ ਕਿ ਆ ਵਧੀਆ ਫੈਸਲਾ ਤੇ ਇਸ ਫੈਸਲੇ ਦੇ ਨਾਲ ਕਿੱਦੋਂ ਹੋਣੀਆਂ ਨੇ, ਜਿਹੜਾ ਤੁਸੀਂ ਦੂਜਾ ਸਵਾਲ ਪੁੱਛਿਆ, ਤੇ ਮੈਨੂੰ ਲੱਗਦਾ ਹੈ ਕਿ ਇਟ ਸ਼ੁੱਡ ਬੀ ਐਜ਼ ਸੂਨ ਐਜ਼ ਪੋਸੀਬਲ ਈਵਨ ਬਿਫੋਰ ਦੀ ਨੈਕਸਟ ਜਿਹੜੇ 2024 ਚ ਇਲੈਕਸ਼ਨ ਆਉਣ ਵਾਲੇ ਨੇ, ਜਨਰਲ ਇਲੈਕਸ਼ਨ ਦੇ, ਉਸ ਤੋਂ ਪਹਿਲਾਂ ਹੀ ਹੋਣ ਦੀ ਉਮੀਦ ਹੈਗੀ। ਚਲੋ ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਆਪਾਂ ਇੱਕ ਵਾਰੀ ਹੁਣ ਚਰਚਾ ਨੂੰ ਅੱਗੇ ਵਧਾਈਏ। ਦੇਖੋ, 2011 ਤੋਂ ਲੈ ਕੇ 2023 ਦੇ ਵਿੱਚ ਬਹੁਤ ਕੁਝ ਬਦਲਿਆ ਵੀ ਹੈ। 2023 ਤੇ 2011 ਦੇ ਵਿਚਾਲੇ 2015 ਵੀ ਆਇਆ ਸੀ, ਜਦੋਂ ਬੇਅਦਬੀ ਵਰਗੀਆਂ ਘਟਨਾਵਾਂ ਵਾਪਰੀਆਂ
ਔਰ ਉਸ ਤੋਂ ਬਾਅਦ ਵੀ ਕਈ ਘਟਨਾਵਾਂ ਵਾਪਰੀਆਂ, ਪਰ ਬੇਅਦਬੀ ਦਾ ਬਹੁਤ ਜ਼ਿਕਰ ਪਿਛਲੇ ਕੁਝ ਸਮੇਂ ਦੇ ਵਿੱਚ ਹੁੰਦਾ ਹੋਇਆ ਦੇਖਿਆ ਹੈ, ਤਾਂ ਕੀ ਇਹ ਵੀ ਮੁੱਦਾ ਹੋਵੇਗਾ? ਮੈਂ ਪਹਿਲਾਂ ਗੱਲ ਕਰਾਂਗਾ ਕਿ ਕੌਣ-ਕੌਣ ਵੋਟ ਪਾ ਸਕੇਗਾ ਜਾਂ ਆਪਣੀ ਵੋਟ ਬਣਵਾ ਸਕਦਾ ਹੈ। ਪੋਮਾ ਸਾਹਿਬ, ਤੁਹਾਡਾ ਰਿਐਕਸ਼ਨ ਕਿ ਇਸ ਵਾਰ ਸਹਿਜਧਾਰੀ ਵੋਟ ਪਾ ਸਕਣਗੇ ਕਿ ਨਹੀਂ? ਇਸ ਵਾਰ ਬਿਲਕੁਲ ਸਹਿਜਧਾਰੀ ਸਿੱਖ ਜਿਹੜੇ ਉਹ ਵੋਟ ਨਹੀਂ ਪਾ ਸਕਣਗੇ। ਜੋ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਪੂਰੀ ਹੋ ਚੁੱਕੀ ਆ ਜੀ, ਉਸ ਅਨੁਸਾਰ ਸਹਿਜਧਾਰੀ ਇਸ ਵੋਟ ਪ੍ਰਕਿਰਿਆ 'ਚ ਹਿੱਸਾ ਨਹੀਂ ਲੈ ਸਕਣਗੇ। ਇਹ ਚੰਗੀ ਗੱਲ ਆ ਤੇ ਖੁਸ਼ੀ ਦੀ ਗੱਲ ਆ ਤੇ ਬਹੁਤ ਪਵਿੱਤਰ ਇਹ ਫੈਸਲਾ ਵਾ, ਕਿਉਂਕਿ ਜਿਹੜਾ ਵੋਟਰ ਆ ਜਿਹੜਾ ਪਤਤ ਨਹੀਂ ਆ ਸਿੱਖ, ਉਹ ਆਪਣੀ ਵੋਟ ਬੜੀ ਸੋਚ ਸਮਝ ਕੇ ਪਾਊਗਾ ਇਸ ਵਾਰ। ਜਿਸ ਪਤਤ ਸਿੱਖ ਆ ਉਹਨੂੰ ਬਾਣੇ ਦੀ ਸਮਝ ਨਹੀਂ, ਉਹ ਆਪਣੀ ਵੋਟ ਦਾ ਗਲਤ ਇਸਤੇਮਾਲ ਜਿਹੜਾ ਵਾ ਕਰੂਗਾ। ਜਿਹੜਾ ਸਿੱਖ ਆ ਪੂਰਨ ਗੁਰਸਿੱਖ ਆ ਉਹ ਹੀ ਆਪਣੇ ਉਮੀਦਵਾਰ ਨੂੰ ਸਹੀ, ਕਿਉਂਕਿ ਉਹ ਸਮਝਦਾ, ਤਾਂ ਹੀ ਉਹਨੇ ਪਤਤ ਨਹੀਂ ਹੋਇਆ, ਕਿਉਂਕਿ ਉਹ ਸਿੱਖੀ ਸਿਧਾਂਤਾਂ ਨੂੰ ਸਮਝਦਾ, ਧਰਮ ਨੂੰ ਸਮਝਦਾ, ਬਾਣੇ ਨੂੰ ਸਮਝਦਾ। ਉਹ ਆਪਣਾ ਸਹੀ ਫੈਸਲਾ ਜਿਹੜਾ ਵਾ ਆਪਣੇ ਜਿਹੜਾ ਵੋਟਰ ਆ ਆਪਣੇ ਉਮੀਦਵਾਰ ਨੂੰ ਚੁਣ ਲਈ ਜਿਹੜਾ ਵਾ ਪਾਊਗਾ। ਮਤਲਬ ਤੁਸੀਂ ਕਲੀਅਰ ਹੋ ਕਿ ਇਸ ਵਾਰ ਵੀ ਸਹਿਜਧਾਰੀ ਵੋਟ ਹੱਕ ਦਾ ਇਸਤੇਮਾਲ ਨਹੀਂ ਕਰ ਸਕਣਗੇ? ਨਹੀਂ ਕਰ ਸਕਦੇ। ਠੀਕ ਹੈ। ਰਾਣੂ ਸਾਹਿਬ, ਕੋਈ ਕਨਫਿਊਜ਼ਨ ਹੈ? ਬਹੁਤ ਵੱਡਾ ਕਨਫਿਊਜ਼ਨ ਹੈ ਜੀ ਇਹਦੇ 'ਚ। ਸਹਿਜਧਾਰੀ ਤੇ ਪਤਿਤ ਦੀ ਪਰਿਭਾਸ਼ਾ ਨੂੰ ਪਹਿਲਾਂ ਕਲੀਅਰ ਕਰੋ। ਸਿੱਖ ਕੌਣ ਹੈ, ਪਤਿਤ ਕੌਣ ਹੈ ਤੇ ਸਹਿਜਧਾਰੀ ਕੌਣ ਹੈ? ਜੀ, ਸਿੱਖ ਅੰਮ੍ਰਿਤ ਜਦੋਂ ਛਕ ਲੈਂਦਾ ਹੈ ਫਿਰ ਉਹ ਭੰਗ ਕਰਦਾ ਹੈ ਤਾਂ ਉਹ ਪਤਿਤ ਹੁੰਦਾ। ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਪਤਿਤ ਨਹੀਂ ਹੈ, ਉਹ ਸਹਿਜਧਾਰੀ ਹੋਈ ਹੈ। ਮੈਂ ਕਲੀਅਰ ਕਰਨਾ ਚਾਹੁੰਦਾ ਕਿ ਇਸ ਚੋਣ ਦੇ ਵਿੱਚ ਜਿਹੜੇ ਸਿੱਖ ਅੰਮ੍ਰਿਤਧਾਰੀ ਨਹੀਂ ਹਨ ਹੈਗੇ ਉਹ ਸਹਿਜਧਾਰੀ ਨੇ ਸਾਰੇ ਜੀ, ਔਰ ਉਹਦੇ 'ਚ ਜਿਹੜੇ ਗੁਰਸਿੱਖ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਲੇਕਿਨ ਉਹਨਾਂ ਨੇ ਰੋਮਾਂ ਦੀ ਬੇਅਦਬੀ ਨਹੀਂ ਕੀਤੀ, ਉਹ ਸਹਿਜਧਾਰੀ ਬਿਲਕੁਲ ਵੋਟਰ ਨੇ। ਇਹਦੇ 'ਚ ਕਿਤੇ ਕੋਈ ਰੋਕ ਨਹੀਂ ਹੈਗੀ। ਸਹਿਜਧਾਰੀ ਵੋਟਾਂ ਪਾਉਣਗੇ, ਪਰ ਗੁਰਸਿੱਖ ਸਹਿਜਧਾਰੀ ਜਿਨ੍ਹਾਂ ਨੇ ਮਤਲਬ ਅੰਮ੍ਰਿਤ ਨਹੀਂ ਛਕਿਆ ਲੇਕਿਨ ਰੋਮਾਂ ਦੀ ਬੇਅਦਬੀ ਨਹੀਂ ਕਰਦੇ, ਕੇਸਾਧਾਰੀ ਨੇ, ਉਹ ਵੋਟਾਂ ਪਾਉਣਗੇ ਔਰ ਉਹ ਹੈਗੇ ਸਹਿਜਧਾਰੀ ਨੇ। ਸੋ ਇਹ ਕਨਫਿਊਜ਼ਨ ਜਿਹੜਾ ਦੂਰ ਕਰਨਾ ਚਾਹੀਦਾ। ਮੈਂ ਥੋੜਾ ਜਿਹਾ ਕਲੀਅਰ ਕਰਾਂ, ਮੈਨੂੰ ਲੱਗਦਾ ਕਿ ਬਹੁਤ ਸਾਰੇ ਸ਼ਾਇਦ ਲੋਕਾਂ ਨੂੰ ਵੀ ਇਸ ਗੱਲ ਬਾਰੇ ਬਹੁਤ ਕਲੀਅਰ ਨਾ ਹੋਣ। ਬਿਲਕੁਲ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਪਰ ਉਹਨਾਂ ਨੇ ਜਿਹੜੇ ਦਾੜੀ ਦਾ ਪ੍ਰਕਾਸ਼ ਕੀਤਾ ਹੋਇਆ ਜਾਂ ਕੇਸ ਰੱਖੇ ਹੋਏ ਨੇ, ਉਹ ਸਹਿਜਧਾਰੀ ਗਿਣਦੇ ਹੋ ਤੁਸੀਂ? ਬਿਲਕੁਲ ਸਹਿਜਧਾਰੀ ਨੇ ਉਹ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਔਰ ਉਹ ਪਤਿਤ ਨਹੀਂ ਹਨ। ਠੀਕ ਹੈ। ਜਿਨ੍ਹਾਂ ਨੇ ਰੋਮ ਕੱਟ ਵੀ ਲਏ ਉਹ ਪਤਿਤ ਨਹੀਂ ਹਨ, ਕਿਉਂਕਿ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ। ਜਿਹੜਾ ਅੰਮ੍ਰਿਤ ਛਕ ਕੇ ਅੰਮ੍ਰਿਤ ਭੰਗ ਕਰਦਾ ਉਹ ਪਤਿਤ ਹੈ। ਨਹੀਂ, ਉਹ ਤਾਂ ਸਰ ਜਿਹੜਾ ਹੁਣ ਨਵਾਂ ਨੋਟੀਫਿਕੇਸ਼ਨ ਹੈ ਉਸ ਦੇ ਵਿੱਚ ਜ਼ਿਕਰ ਹੈ ਉਹਦੇ ਕਿ ਜੇਕਰ ਕੇਸ ਕੱਟੇ ਹੋਏ ਨੇ, ਕੋਈ ਟ੍ਰੇਨਿੰਗ ਕਰਦਾ ਤਾਂ ਨਹੀਂ ਵੋਟ ਆਪਣਾ ਬਣਵਾ ਸਕਦਾ। ਉਹਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਹਨੇ ਰੋਮਾਂ ਦੀ ਬੇਅਦਬੀ ਕਰ ਲਈ ਉਹ ਵੋਟ ਨਹੀਂ ਬਣਾਏਗਾ। ਜਿਹੜਾ ਤੰਬਾਕੂ ਦਾ ਸੇਵਨ ਕਰਦਾ ਉਹ ਵੋਟ ਨਹੀਂ ਬਣਾ ਸਕਦਾ। ਜਿਹੜਾ ਸ਼ਰਾਬ ਦਾ ਸੇਵਨ ਕਰਦਾ ਉਹ ਵੋਟ ਨਹੀਂ ਬਣਾ ਸਕਦਾ। ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਹੈਗਾ। ਠੀਕ ਹੈ, ਉਹ ਇਹਨਾਂ ਦੇ ਨੋਰਮਸ ਬਣਾਏ ਹੋਏ ਆ ਗੁਰਦੁਆਰਾ ਕਮਿਸ਼ਨ ਦੇ। ਬਟ ਸਾਡੀ ਬੇਨਤੀ ਜੋ ਹਾਈ ਕੋਰਟ ਜਾਂ ਈਵਨ ਸੈਂਟਰਲ ਗਵਰਨਮੈਂਟ ਜਾਂ ਈਵਨ ਐਸਜੀਪੀਸੀ ਕੋਲ ਹੈ ਕਿ ਤੁਹਾਡੇ ਹੀ ਬੱਚੇ ਨੇ, ਇਹ ਤੁਹਾਡੇ ਪਰਿਵਾਰਾਂ 'ਚ ਪੈਦਾ ਹੋਏ ਨੇ। ਜੇ ਅੱਜ ਇਹ ਰਹਿਤਧਾਰੀ ਨਹੀਂ ਹਨ ਤਾਂ ਤੁਸੀਂ ਇਹ ਨਾ ਕਹੋ ਕਿ ਇਹ ਸਿੱਖ ਨਹੀਂ ਹਨ। ਇਹਨਾਂ ਨੂੰ ਪੰਥ ਦੇ ਨਾਲ ਜੋੜੋ, ਕੋਈ ਤਰੀਕਾ ਕੱਢੋ। ਇਹ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਆਪਾਂ ਗਰੇਵਾਲ ਸਾਹਿਬ ਦਾ ਰੁਖ ਕਰਦੇ ਹਾਂ। ਗਰੇਵਾਲ ਸਾਹਿਬ, ਥੋੜਾ ਜਿਹਾ ਜੇ ਹੋਰ ਤੁਸੀਂ ਕਨਫਿਊਜ਼ਨ ਦੂਰ ਕਰ ਸਕੋ। ਮੈਂ ਕਨਫਿਊਜ਼ਨ ਵਰਡ ਇਸਤੇਮਾਲ ਕੀਤਾ, ਸ਼ਾਇਦ ਤੁਹਾਨੂੰ ਇਸ ਤੇ ਵੀ ਇਤਰਾਜ਼ ਹੋਵੇ, ਪਰ ਬਹੁਤ ਸਾਰੇ ਲੋਕ ਦੁਚਿੱਤੀ ਦੇ ਵਿੱਚ ਹੋਣਗੇ ਕਿ ਮੈਂ ਵੋਟ ਬਣਵਾ ਸਕਦਾ ਹਾਂ ਜਾਂ ਨਹੀਂ ਬਣਵਾ ਸਕਦਾ। ਕੌਣ ਵੋਟ ਬਣਵਾ ਸਕਦਾ ਹੈ? ਕਿਉਂਕਿ ਜੋ ਅਸੀਂ ਨੋਟੀਫਿਕੇਸ਼ਨ ਪੜ੍ਹ ਰਹੇ ਸੀ ਉਸ ਦੇ ਵਿੱਚ 21 ਸਾਲ ਦੀ ਉਮਰ ਤੇ ਨਾਲੇ ਮੈਂਸ਼ਨ ਕੀਤਾ ਗਿਆ ਸੀ ਕਿ ਉਹ ਦਾੜੀ ਕੇਸ ਨਾ ਕਟਵਾਉਂਦਾ ਹੋਵੇ ਤੇ ਕੁਝ ਸ਼ਰਾਬ ਸਿਗਰਟ ਦਾ ਜ਼ਿਕਰ ਕੀਤਾ ਗਿਆ ਸੀ, ਪਰ ਉੱਥੇ ਅੰਮ੍ਰਿਤਧਾਰੀ ਹੋਵੇ, ਇਹ ਮੈਨੂੰ ਪੂਰੇ ਨੋਟੀਫਿਕੇਸ਼ਨ ਦੇ ਵਿੱਚ ਨਹੀਂ ਦਿਖਿਆ। ਦੇਖੋ ਰਾਣੂ ਜੀ, ਗੌਰਵ ਜੀ, ਗੱਲ ਰਾਣੂ ਜੀ ਨੇ ਕਾਫੀ ਕਲੀਅਰ ਕਰ ਦਿੱਤੀ ਹੈ ਜੀ ਕਿ ਜਿਹੜਾ ਫੈਸਲਾ ਹੁਣ ਹੋਇਆ ਇਸ ਫੈਸਲੇ ਦੇ ਲਈ ਰਾਣੂ ਜੀ ਕਹਿ ਰਹੇ ਆ ਕਿ ਉਹ ਤੁਹਾਡਾ ਸਿੱਖਾਂ ਦਾ ਅੰਗ ਨਹੀਂ ਹੈਗੇ, ਉਹਨਾਂ ਨੂੰ ਨਾਲ ਲਓ। ਕਿਹੜਾ ਬੰਦਾ ਕਹਿੰਦਾ ਤੇ ਸ਼੍ਰੋਮਣੀ ਕਮੇਟੀ ਨੇ ਕਦੋਂ ਕਿਹਾ ਕਿ ਉਹ ਸਾਡਾ ਹਿੱਸਾ ਨਹੀਂ ਹੈਗੇ? ਪਰ ਜਿਹੜੇ ਨੋਰਮਸ ਬਣਾ ਦਿੱਤੇ ਗਏ ਆ, ਜੋ ਇਲੈਕਸ਼ਨ ਕਮਿਸ਼ਨ ਨੇ ਬਣਾਏ ਆ, ਮੈਂ ਸਹਿਜਧਾਰੀ ਦੇ ਇਸ ਮਸਲੇ ਦੇ ਵਿੱਚ ਨਹੀਂ ਪੈਂਦਾ। ਕੋਈ ਸਹਿਜਧਾਰੀ ਦੀ ਪਰਿਭਾਸ਼ਾ ਕੀ ਦਿੰਦਾ, ਕੋਈ ਕੀ ਦਿੰਦਾ। ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੇ ਬੱਚੇ ਨੇ ਰੋਮਾਂ ਦੀ ਬੇਅਦਬੀ, ਬੰਦੇ ਨੇ ਰੋਮਾਂ ਦੀ ਬੇਅਦਬੀ ਨਹੀਂ ਕੀਤੀ ਤੇ ਤੰਬਾਕੂ ਜਾਂ ਸ਼ਰਾਬ ਦਾ ਸੇਵਨ ਨਹੀਂ ਕਰਦਾ, ਉਹ ਵੋਟ ਦਾ ਹੱਕਦਾਰ ਹੈ। ਕਲੀਅਰ ਹੈ। ਦੂਸਰੇ ਪਾਸੇ ਜੇ ਉਹ ਜਿਹੜੀ ਅੱਗੇ ਆਏਗੀ ਜਿਹਨੇ ਅੰਮ੍ਰਿਤ ਛਕਿਆ, ਅੰਮ੍ਰਿਤਧਾਰੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦਾ, ਉਹ ਵੋਟਾਂ 'ਚ ਖੜ ਸਕਦਾ। ਉਹ ਗੱਲ ਅੱਗੇ ਆਏਗੀ। ਠੀਕ ਹੈ, ਅੱਜ ਤਾਂ ਸਾਡੇ ਕੋਲ ਕਲੀਅਰ ਹੈ, ਬੜਾ ਸੌਖਾ ਜਿਹਾ ਕੰਮ ਹੈ। ਮੈਂ ਇਹਨੂੰ ਸਹਿਜਧਾਰੀ ਦੇ ਮਾਮਲੇ 'ਚ ਉਲਝਾ ਦੇਵਾਂ, ਮੈਨੂੰ ਲੱਗਦਾ ਠੀਕ ਨਹੀਂ ਲੱਗੇਗਾ। ਸਹਿਜਧਾਰੀ ਦੀਆਂ ਪਰਿਭਾਸ਼ਾ ਰਾਣੂ ਜੀ ਦੀ ਆਪਣੀਆਂ, ਕਿਸੇ ਹੋਰ ਦੀ ਆਪਣੀਆਂ।
ਤੇ ਜਿਹੜੀ ਇਹ ਕੋਰਟ ਦੀ ਗੱਲ ਕਰ ਰਿਹਾ, ਕੋਰਟ ਦੇ ਵਿੱਚ ਜਾਣ ਤੋਂ ਇਹਨਾਂ ਨੂੰ ਕਿਸੇ ਨੇ ਨਹੀਂ ਰੋਕਿਆ। ਕੋਰਟ ਜੋ ਫੈਸਲਾ ਕਰੇਗੀ, ਪਹਿਲਾਂ ਵੀ ਇਹ ਜਿਹੜੀ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਹੋਇਆ, ਅਸੀਂ ਉਹਦਾ ਸਨਮਾਨ ਕੀਤਾ। ਸੋ ਮੈਂ ਰਾਣੂ ਜੀ ਨੂੰ ਬੇਨਤੀ ਇਹੀ ਕਰਾਂਗਾ ਕਿ ਰਾਣੂ ਜੀ, ਜੇ ਇਹ ਗੱਲ ਕਹੀ ਗਈ ਆ ਤੇ ਹਾਲੇ ਤਾਂ 6 ਮਹੀਨੇ ਲੱਗਦੇ ਆ ਵੋਟਾਂ ਨੂੰ, ਤੇ ਮੈਂ ਚਾਹਾਂਗਾ ਕਿ ਸਾਰੇ ਬੱਚਿਆਂ ਨੂੰ ਅਪੀਲ ਕਰਨ, ਰਾਣੂ ਜੀ ਵੀ ਉਹਦੇ ਵਿੱਚ ਸ਼ਾਮਲ ਹੋਣ। ਇਹਦੇ 'ਚ ਕੀ ਗੁਨਾਹ ਹੋ ਜਾਏਗਾ ਜੇ ਰੋਮਾਂ ਦੀ ਬੇਅਦਬੀ ਕਰਨੀ ਬੰਦ ਕਰ ਦੇਣਗੇ? ਸੋ ਇਸ ਗੱਲ ਲਈ ਇੱਕ ਨਵਾਂ ਟੈਂਟਾ ਨਾ ਖੜਾ ਕਰੀਏ ਬੇਮਤਲਬ ਆ। ਸੋ ਤੁਹਾਨੂੰ ਵੀ ਬੇਨਤੀ ਹੈ, ਸਮੁੱਚੀ ਅਸੀਂ ਨੌਜਵਾਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਆਪਣੇ ਸਿੱਖੀ ਸਰੂਪ ਵਿੱਚ ਆਉਣਾ ਕਿਹੜਾ ਗੁਨਾਹ ਕੋਈ। ਸੋ ਉਹਨਾਂ ਨੂੰ ਅਸੀਂ ਹੱਥ ਬੰਨ੍ਹ ਕੇ ਅਪੀਲ ਵੀ ਕਰਾਂਗੇ, ਅਸੀਂ ਇਸ਼ਤਿਹਾਰ ਵੀ ਲਾਵਾਂਗੇ, ਅਸੀਂ ਉਹਨਾਂ ਨੂੰ ਸਾਰੇ ਥਾਵਾਂ ਤੋਂ ਪਹਿਲਾਂ ਵੀ ਅਪੀਲ ਕਰਦੇ ਹਾਂ, ਗਾਂ ਵੀ ਕਰਾਂਗੇ ਕਿ ਇਸ ਵਿਵਾਦ ਨੂੰ ਅਸੀਂ ਖਤਮ ਕਰੀਏ। ਕਿ ਜਦੋਂ ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਰੋਮਾਂ ਦੀ ਬੇਅਦਬੀ ਨਾ ਕਰੋ, ਤੇ ਉਸ ਲਈ ਅਸੀਂ ਵੋਟ ਦੇ ਅਧਿਕਾਰ ਹੀ ਬਣ ਸਕਦੇ ਹਾਂ। ਤੇ ਰਾਣੂ ਜੀ ਨੂੰ ਕਿਹਨੇ ਰੋਕਿਆ ਵੀ ਰੋਮਾਂ ਦੀ ਬੇਅਦਬੀ ਜਿਹੜੀ ਆ ਉਹ? ਜੀ ਜਵਾਬ ਲੈਵਾਂ ਰਾਣੂ ਜੀ। ਦੇਖੋ ਗਰੇਵਾਲ ਸਾਹਿਬ, ਮੈਂ ਛੋਟਾ ਜਿਹਾ ਇੱਕ ਵਾਰੀ ਫਿਰ ਤੁਹਾਨੂੰ ਮਾਫੀ ਚਾਹੁੰਦਾ ਕਿ ਰੋਕ ਰਹੇ ਹਾਂ, ਥੋੜੇ ਇਹ ਵੀ ਦਰਸ਼ਕਾਂ ਨੂੰ ਸਮਝਾ ਦਿਓ ਕਿ ਕਿਉਂਕਿ ਜੇ ਤੁਸੀਂ ਜੋ ਜ਼ਿਕਰ ਕਰ ਰਹੇ ਹੋ ਫਿਰ ਤਾਂ ਵਿਵਾਦ ਖਤਮ ਹੋ ਗਿਆ ਕਿ ਜਿਨ੍ਹਾਂ ਨੇ ਰੋਮਾਂ ਦੀ ਬੇਅਦਬੀ ਨਹੀਂ ਕੀਤੀ ਉਹ ਤਾਂ ਵੋਟ ਪਾਉਣ ਦਾ ਅਧਿਕਾਰ ਰੱਖਦੇ ਨੇ। ਇਹੀ ਪੂਰਾ ਕਨਫਿਊਜ਼ਨ ਸੀ, ਦੂਰ ਹੋ ਗਿਆ। ਇੱਥੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਖਾਸ ਕਰਕੇ ਜਿਹੜੀਆਂ ਬੀਬੀਆਂ ਬਿਊਟੀ ਪਾਰਲਰ ਜਾਂਦੀਆਂ ਨੇ, ਉਹ ਰੋਮਾਂ ਦੀ ਬੇਅਦਬੀ ਕਰਦੀਆਂ ਨੇ। ਕੀ ਤੁਸੀਂ ਉਹਨਾਂ ਨੂੰ ਵੋਟਰ ਬਣਾਓਗੇ ਕਿ ਨਹੀਂ ਬਣਾਓਗੇ, ਇਹ ਵੀ ਐਸਜੀਪੀਸੀ ਕਲੀਅਰ ਕਰੇ। ਅਗਰ ਤੁਸੀਂ ਉਹਨਾਂ ਨੂੰ ਵੋਟਰ ਨਹੀਂ ਬਣਾਉਂਦੇ ਤਾਂ ਫਿਰ ਉਹ ਵੀ ਤਾਂ ਸਹਿਜਧਾਰੀ ਸਿੱਖ ਨੇ ਜੀ, ਉਹਨਾਂ ਨੂੰ ਵੀ ਤੁਸੀਂ ਬਾਹਰ ਕੱਢਤਾ। ਇਹਦਾ ਮਤਲਬ ਤਾਂ ਇਹ ਹੋਇਆ ਕਿ 15% ਜਿਹੜੇ ਵੋਟਰ ਨੇ ਉਹ 2.25 ਕਰੋੜ ਸਿੱਖ ਆਬਾਦੀ ਚੋਂ ਤੁਹਾਡੇ ਕੋਲ ਮਸਾਂ ਹੀ, ਅਗਰ ਇਸ ਐਂਗਲ ਤੋਂ ਇਹਨੂੰ ਵਾਚ ਕਰਕੇ ਵੋਟਾਂ ਬਣੀਆਂ ਇਸ ਵਾਰੀ, ਅਸੀਂ ਪਹਿਰਾ ਵੀ ਦੇਵਾਂਗੇ ਇਸ ਗੱਲ ਤੇ, ਅਸੀਂ ਕਲੀਅਰ ਕਰਾਂਗੇ ਤੁਹਾਨੂੰ ਇਹ ਗੱਲ। ਮੈਂ ਗਰੇਵਾਲ ਸਾਹਿਬ ਦੀ ਗੱਲ ਨਾਲ ਸਹਿਮਤ ਹੈ ਕਿ ਅਸੀਂ ਬੱਚਿਆਂ ਦੇ ਵਿੱਚ ਪ੍ਰੇਰਿਤ ਕਰੀਏ ਬੱਚਿਆਂ ਨੂੰ ਕਿ ਕੇਸਾਧਾਰੀ ਹੋਵੋ, ਰੋਮਾਂ ਦੀ ਬੇਅਦਬੀ ਨਾ ਕਰੋ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ, ਪਰ ਜੇ ਇੱਥੇ ਅਸੀਂ ਇਹ ਗੱਲ ਕਹੀਏ ਕਿ ਜਿਹੜੇ ਬੱਚੇ ਬਿਊਟੀ ਪਾਰਲਰ ਜਾਂਦੀਆਂ ਨੇ ਜਾਂ ਨਾਈ ਕੋਲ ਜਾਂਦੇ ਨੇ ਬੱਚੇ, ਤੇ ਉਹਨਾਂ ਨੂੰ ਤੁਸੀਂ ਕਹਿ ਦਿਓ ਕਿ ਇਹ ਸਿੱਖ ਨਹੀਂ ਹਨ ਜਾਂ ਇਹ ਵੋਟਰ ਨਹੀਂ ਬਣ ਸਕਦੇ, ਜਦੋਂ ਨਾਰਮਲ ਵੋਟਾਂ ਹੁੰਦੀਆਂ ਨੇ ਉਸ ਟਾਈਮ ਤੇ ਪੰਥ ਨੂੰ ਉਹਨਾਂ ਦੀ ਵੋਟ ਦੀ ਲੋੜ ਹੁੰਦੀ ਹੈ, ਔਰ ਜਦੋਂ ਐਸਜੀਪੀਸੀ ਦੇ ਇਲੈਕਸ਼ਨਾਂ ਨੇ ਉਦੋਂ ਉਹ ਗੈਰ ਪੰਥਕ ਨੇ। ਤੁਸੀਂ ਇਸ ਪੁਆਇੰਟ ਦੇ ਉੱਤੇ ਹੋ ਕਿ ਜਿਹੜੇ ਟ੍ਰਿਮਿੰਗ ਕਰਵਾ ਰਹੇ ਨੇ ਉਹਨਾਂ ਨੂੰ ਵੀ ਵੋਟ ਹੱਕ ਦਾ ਇਸਤੇਮਾਲ ਦੇ ਦਿਓ। ਨਹੀਂ, ਮੈਂ ਇਹ ਗੱਲ ਕਵਾਂਗਾ ਜੀ ਕਿ ਜਿਸ ਤਰ੍ਹਾਂ ਪਹਿਲਾਂ ਐਸਜੀਪੀਸੀ ਦੇ ਵਿੱਚ ਸਹਿਜਧਾਰੀ ਸਿੱਖ ਵੋਟ ਪਾਉਂਦੇ ਸੀ ਉਹ ਉਵੇਂ ਜਿਵੇਂ ਰਹਿਣਾ ਚਾਹੀਦਾ ਸੀ, ਔਰ ਖਾਲਸਾ ਜਿਹੜਾ ਹੈਗਾ ਅੰਮ੍ਰਿਤਧਾਰੀ ਸਿੰਘ ਜਿਹੜਾ, ਉਹਨੂੰ ਹੀ ਚੋਣ ਲੜਨ ਦਾ ਅਧਿਕਾਰ ਹੋਣਾ ਚਾਹੀਦਾ। ਉਹ ਤਾਂ ਹੈਗਾ ਹੀ ਆ, ਸੈਕਸ਼ਨ 45 ਦੇ ਵਿੱਚ ਉਹ ਸੇਫਗਾਰਡ ਹੈ। ਜਾਂ ਫਿਰ ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਹੈ, ਉੱਥੇ ਇਹਨਾਂ ਨੇ ਫੋਟੋ ਆਈਡੀ ਕਾਰਡ ਬਣਾਏ ਆ, ਔਰ ਮੇਰੇ ਖਿਆਲ ਦੇ ਵਿੱਚ ਫੋਟੋ ਆਈਡੀ ਕਾਰਡ ਨੇ ਜਿਹਦੇ ਚ ਉਹਦੇ ਚ ਜਿਹੜੀ ਸੂਰਤ ਹੈ, ਸਾਬਤ ਸੂਰਤ ਆ, ਉਹ ਵੀ ਉਹਦੇ ਤੇ ਕਲੀਅਰ ਕੀਤੀ ਗਈ ਹੈ। ਸੋ ਇਸ ਤਰ੍ਹਾਂ ਦਾ ਤਰੀਕਾ ਵੀ ਅਪਣਾਉਣਾ ਚਾਹੀਦਾ। ਇਹਦੇ ਵਿੱਚ ਬੜੇ ਵੱਡੇ ਫਲॉज ਆਉਣਗੇ ਤੁਹਾਡੇ ਸਾਹਮਣੇ ਜਦੋਂ ਵੋਟਾਂ ਬਣਨਗੀਆਂ, ਉਸ ਵੇਲੇ ਤੁਸੀਂ ਦੇਖ ਲੈਣਾ ਪਿਛਲੀਆਂ ਜਿਹੜੀਆਂ 2011 ਤੋਂ ਪਹਿਲਾਂ ਵੋਟਾਂ ਬਣੀਆਂ ਸੀ, ਉਹਦੇ ਵਿੱਚ ਹਿੰਦੂਆਂ ਦੀਆਂ ਵੋਟਾਂ ਬਣੀਆਂ, ਲੇਡੀਜ਼ ਦੀਆਂ ਖਾਸ ਕਰਕੇ, ਕਿ ਜੀ ਚਲੋ ਇਹਨਾਂ ਨੇ ਕੇਸ ਰੱਖੇ ਹੋਏ ਨੇ, ਇਹਨਾਂ ਦੀਆਂ ਸਹਿਜਧਾਰੀ ਚ ਵੋਟਾਂ ਬਣਾ ਦਿਓ। ਇਸ ਤਰ੍ਹਾਂ ਦੇ ਕੇਸਿਸ ਸਾਹਮਣੇ ਆਏ ਸੀ ਜਿਨ੍ਹਾਂ ਤੇ ਅਸੀਂ ਖੁਦ ਬੀਇੰਗ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਸਾਡੀ ਪਾਰਟੀ, ਸਾਡੀ ਆਰਗੇਨਾਈਜੇਸ਼ਨ ਨੇ ਉਹਨਾਂ ਤੇ ਆਬਜੈਕਸ਼ਨ ਕੀਤਾ। ਕਿਉਂਕਿ ਦੇਖੋ ਇੱਕ ਕਲੀਅਰ ਗੱਲ ਹੈ ਕਿ ਪਹਿਲੀ ਗੱਲ, ਜਿਹੜਾ ਵਿਅਕਤੀ ਹਿੰਦੂ ਹੈ ਜਾਂ ਹੋਰ ਧਰਮ ਦਾ ਵਿਅਕਤੀ ਹੈ ਉਹਨੂੰ ਅਸੀਂ ਸਿੱਖ ਨਹੀਂ ਮੰਨ ਸਕਦੇ ਹੈਗੇ। ਉਹ ਸਹਿਜਧਾਰੀ ਸਿੱਖ ਵੀ ਨਹੀਂ ਹੈਗਾ, ਉਹ ਤਾਂ ਸਿੱਖ ਹੀ ਨਹੀਂ ਹੈਗਾ। ਸਭ ਤੋਂ ਪਹਿਲਾਂ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂਆਂ ਨੂੰ ਮੰਨੇ, ਹੋਰ ਉਹਦਾ ਕੋਈ ਧਰਮ ਨਾ ਹੋਵੇ। ਆਹ ਗੱਲ ਮੈਂ ਤੁਹਾਡੇ ਚੈਨਲ ਤੋਂ ਕਲੀਅਰ ਕਰਨਾ ਚਾਹੁੰਦਾ ਕਿ ਡੈਫੀਨੇਸ਼ਨ ਦੇ ਵਿੱਚ ਲਿਖਿਆ ਕਿ ਹੋਰ ਉਹਦਾ ਕੋਈ ਧਰਮ ਨਹੀਂ ਹੈ, ਹੀ ਹੈਜ਼ ਨੋ ਅਦਰ ਰਿਲੀਜਨ। ਹੁਣ ਜਿਹਦਾ ਹੋਰ ਕੋਈ ਧਰਮ ਨਹੀਂ, ਜਿਵੇਂ ਮੈਂ ਆ, ਮੇਰਾ ਧਰਮ ਸਿਰਫ ਗੁਰੂ ਗ੍ਰੰਥ ਸਾਹਿਬ ਔਰ 10 ਗੁਰੂ ਨੇ, ਤਾਂ ਅਸੀਂ ਇਹ ਨਹੀਂ ਹੈ ਕਿ ਅਸੀਂ ਸਿੱਖ ਨਹੀਂ ਆ, ਸਿੱਖ ਤਾਂ ਅਸੀਂ ਹੈਗੇ ਆ। ਹਾਂ, ਅਸੀਂ ਅੰਮ੍ਰਿਤਧਾਰੀ ਖਾਲਸੇ ਨਹੀਂ ਹੈਗੇ। ਸੋ ਅੰਮ੍ਰਿਤਧਾਰੀ ਖਾਲਸੇ ਦਾ ਸਵਾਗਤ ਹੈ, ਉਹ ਸਾਡਾ ਐਸਜੀਪੀਸੀ ਦਾ ਮੈਂਬਰ ਬਣੇ। ਬਾਕੀ ਦੇ ਨੂੰ ਤਾਂ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ। ਜੇ ਅਸੀਂ ਮਰਦਮਸ਼ੁਮਾਰੀ ਸਿੱਖ ਠੋਕ ਕੇ ਕਹਿੰਦੇ ਆ ਕਿ ਅਸੀਂ ਸਿੱਖ ਹੈ, ਤੇ ਸਾਨੂੰ ਵੋਟ ਦਾ ਹੱਕ ਵੀ ਹੋਣਾ ਚਾਹੀਦਾ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਤੁਸੀਂ ਸਿੱਧੇ ਸ਼ਬਦਾਂ 'ਚ ਕਹਿ ਰਹੇ ਹੋ ਕਿ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਕੌਰ ਲੱਗਿਆ ਹੈ। ਨਹੀਂ, ਸਿੰਘ ਤੇ ਵੀ ਮੈਂ ਇੱਕ ਗੱਲ ਕਵਾਂਗਾ, ਬਿਹਾਰ ਦੇ ਵਿੱਚ ਸਿੱਖ ਫੈਮਿਲੀ ਦੇ ਨਾਲ, ਹਾਂ ਯੈਸ, ਸਿੱਖ ਫੈਮਿਲੀ ਨਾਲ ਬਿਲੋਂਗ ਹੋਣ, ਉਹਨਾਂ ਦੇ ਸਿਬਲਿੰਗਸ ਜਿਹੜੇ ਨੇ, ਪੇਰੈਂਟਸ ਜਿਹੜੇ ਨੇ ਉਹ ਸਿੱਖ ਨੇ, ਤਾਂ ਫਿਰ ਉਹਨਾਂ ਨੂੰ ਅਧਿਕਾਰ ਹੋਣਾ ਚਾਹੀਦਾ। ਠੀਕ ਹੈ, ਚਲੋ ਇੱਕ ਹੋਰ ਇੰਟਰਸਟਿੰਗ ਚੀਜ਼ ਇਹ ਹੈ, ਮੈਂ ਪੂਰਾ ਨੋਟੀਫਿਕੇਸ਼ਨ ਪੜ੍ਹ ਰਿਹਾ ਸੀ, ਗਰੇਵਾਲ ਸਾਹਿਬ, ਰਾਣੂ ਜੀ ਔਰ ਭੋਮਾ ਜੀ ਤੁਸੀਂ ਵੀ ਪੜ੍ਹਿਆ ਹੋਏਗਾ, ਸੋਈ ਸਾਹਿਬ ਨੇ ਵੀ ਪੜ੍ਹਿਆ ਹੋਏਗਾ, ਉਸ ਦੇ ਵਿੱਚ ਸਪੈਸੀਫਿਕਲੀ ਬੀਬੀਆਂ ਬਾਰੇ ਕੋਈ ਗੱਲ ਕੀਤੀ ਗਈ ਹੋਵੇ ਹੈ ਹੀ ਨਹੀਂ। ਉਸ ਦੇ ਵਿੱਚ ਕੋਈ ਚਰਚਾ ਹੀ ਨਹੀਂ ਕਿ ਕੌਣ ਮਹਿਲਾ ਵੋਟਰ ਬਣ ਸਕਦਾ ਹੈ, ਮਹਿਲਾ ਵੋਟਰ ਦੇ ਲਈ ਕੀ ਸ਼ਰਤਾਂ ਹੋਣਗੀਆਂ, ਸਪੈਸੀਫਿਕਲੀ ਉਸ ਦੇ ਵਿੱਚ ਕੋਈ ਜ਼ਿਕਰ ਕੀਤਾ ਹੀ ਨਹੀਂ ਗਿਆ ਪੂਰੀ ਨੋਟੀਫਿਕੇਸ਼ਨ ਦੇ ਵਿੱਚ। ਆਪਾਂ ਚਰਚਾ ਨੂੰ ਅੱਗੇ ਤੋੜਦੇ ਹਾਂ, ਅਗਲੇ ਪੁਆਇੰਟ ਦੇ ਵਾਲੇ ਪਾਸੇ ਵਧਦੇ ਹਾਂ, ਕਿਉਂਕਿ ਇੰਟਰਸਟਿੰਗ ਇਸ ਕਰਕੇ ਵੀ ਹੋ ਜਾਂਦਾ ਹੈ ਕਿਉਂਕਿ ਸਿਆਸੀ ਦਖਲਅੰਦਾਜ਼ੀ ਦੇ ਇਲਜ਼ਾਮ ਲੱਗਦੇ ਰਹੇ ਨੇ। ਮੈਂ ਸੋਈ ਸਾਹਿਬ ਦਾ ਰੁਖ ਕਰਦਾ ਹਾਂ। ਸੋਈ ਸਾਹਿਬ, ਬੀਜੇਪੀ ਇਹਨਾਂ ਇਲੈਕਸ਼ਨ ਦੇ ਵਿੱਚ ਕਿਹੋ ਜਿਹੀ ਭੂਮਿਕਾ ਨਿਭਾ ਸਕਦੀ ਹੈ? ਤਾਂ ਤੁਸੀਂ ਕਹੋਗੇ ਨਹੀਂ ਜੀ ਬੀਜੇਪੀ ਤਾਂ ਬਿਲਕੁਲ ਬਾਹਰ ਹੈ, ਪਰ ਤੁਹਾਡੇ ਉੱਤੇ ਖਾਸ ਤੌਰ ਤੇ ਪਿੱਛੇ ਜਦੋਂ ਪ੍ਰਧਾਨਗੀ ਦੀ ਇਲੈਕਸ਼ਨ ਹੋਈ, ਬੀਬੀ ਜਗੀਰ ਕੌਰ ਖੜੇ, ਇਕਬਾਲ ਸਿੰਘ ਲਾਲਪੁਰਾ ਦਾ ਨਾਮ ਖੂਬ ਚਰਚਾ ਦੇ ਵਿੱਚ ਰਿਹਾ, ਇਲਜ਼ਾਮ ਲੱਗੇ ਕਿ ਤੁਸੀਂ ਪੂਰੀ ਲੌਬਿੰਗ ਬੀਬੀ ਜਗੀਰ ਕੌਰ ਦੇ ਲਈ ਕਰ ਰਹੇ ਸੀ, ਐਸਜੀਪੀਸੀ ਦੇ ਮੈਂਬਰਾਂ ਨੂੰ ਫੋਨ ਕਰ ਰਹੇ ਸੀ।
ਜੇ ਚੋਣਾਂ ਜਲਦ ਹੋਣ ਜਾ ਰਹੀਆਂ ਨੇ ਤਾਂ ਉਸ ਸਮੇਂ ਬੀਜੇਪੀ ਦਾ ਕੀ ਸਟੈਂਡ ਰਹੇਗਾ? ਦੇਖੋ ਗੌਰਵ ਜੀ, ਬੀਜੇਪੀ ਨੇ ਕਦੀ ਵੀ ਧਰਮ ਦੇ ਨਾਂ ਤੇ ਸਿਆਸਤ ਨਾ ਕੀਤੀ ਹੈ ਤੇ ਨਾ ਬੀਜੇਪੀ ਨੂੰ ਕੋਈ ਇੰਟਰਸਟ